ਸਤਿ ਸ਼੍ਰੀ ਅਕਾਲ ਬੱਚਿਓ, 8ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਤੇ ਅੱਜ ਅਸੀਂ ਕਰਨ ਚੱਲੇ ਹਾਂ ਲੈਸਨ ਨੰਬਰ 18, ਜਿਸ ਦਾ ਨਾਮ ਹੈ ਹਿੰਦ ਦੀ ਚਾਦਰ, ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਜੀ ਬਾਰੇ ਸਾਰੇ ਜਾਣਦੇ ਹਨ, ਜੋ ਕਿ ਸਿੱਖਾਂ ਦੇ 9ਵੇਂ ਗੁਰੂ ਹਨ, ਹੈ ਨਾ। ਔਰ ਉਹਨਾਂ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਜੋ ਹੈ ਆਪਣੀ ਕੁਰਬਾਨੀ ਦੇ ਦਿੱਤੀ ਸੀ, ਆਪਣੀ ਸ਼ਹੀਦੀ ਦਿੱਤੀ ਸੀ। ਔਰ ਉਹਨਾਂ ਦੀ ਯਾਦ ਵਿੱਚ ਜੋ ਹੈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੀਸਗੰਜ ਗੁਰਦੁਆਰਾ ਬਣਿਆ ਹੋਇਆ ਹੈ। ਅੱਜ ਅਸੀਂ ਇਸ ਪਾਠ ਵਿੱਚ ਇਹੀ ਪੜ੍ਹਾਂਗੇ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ, ਉਹਨਾਂ ਦਾ ਜੀਵਨ ਬਚਪਨ ਕਿਵੇਂ ਦਾ ਸੀ ਅਤੇ 9ਵੇਂ ਗੁਰੂ ਦੀ ਤਲਾਸ਼ ਕਿਸਨੇ ਕੀਤੀ ਸੀ ਔਰ ਕਿਵੇਂ ਕੀਤੀ ਸੀ, ਠੀਕ ਹੈ। ਔਰ ਉਹਨਾਂ ਦੀ ਯਾਦ ਦੇ ਵਿੱਚ ਚਾਂਦਨੀ ਚੌਂਕ ਵਿੱਚ ਸੀਸਗੰਜ ਗੁਰਦੁਆਰਾ ਜੋ ਹੈ ਬਣਿਆ ਹੋਇਆ ਹੈ। ਇਸ ਪਾਠ ਵਿੱਚ ਅੱਜ ਅਸੀਂ ਪੜ੍ਹਾਂਗੇ। ਆਓ ਪਾਠ ਪੜ੍ਹਦੇ ਹਾਂ। ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਕਥਾਵਾਚਕ ਗੁਰੂ ਜੀ ਦੇ ਜੀਵਨ 'ਤੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸੀ। ਕਥਾਵਾਚਕ ਕੌਣ ਹੁੰਦੇ ਆ? ਜਿਹੜੇ ਗੁਰਦੁਆਰੇ 'ਚ ਕਥਾ ਕਰਦੇ ਆ, ਹੈ ਨਾ। ਜਦੋਂ ਉਹਨਾਂ ਨੇ ਗੁਰੂ ਜੀ ਦੀ ਕੁਰਬਾਨੀ ਬਾਰੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਤਾਂ ਉਹ ਆਪ ਵੀ ਭਾਵੁਕ ਹੋ ਗਏ ਅਤੇ ਬਾਕੀ ਦੀਆਂ ਸਾਰੀਆਂ ਸੰਗਤਾਂ ਦੀਆਂ ਵੀ ਅੱਖਾਂ ਭਰ ਆਈਆਂ। ਉਹ ਦੱਸ ਰਹੇ ਸਨ ਕਿ ਆਪ ਜੀ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ। ਆਪ ਨੇ ਸ਼ਹੀਦ ਹੋ ਕੇ ਰੁੜੀ ਜਾਂਦੀ ਹਿੰਦੂ ਕੌਮ, ਹਿੰਦੁਸਤਾਨ ਦੀ ਧਰਤੀ ਨੂੰ ਲਹੂ ਲੁਹਾਨ ਹੋਣ ਤੋਂ ਬਚਾ ਲਿਆ ਸੀ। ਔਰੰਗਜ਼ੇਬ, ਜੋ ਇੱਕ ਜ਼ਾਲਮ ਮੁਗਲ ਬਾਦਸ਼ਾਹ ਸੀ, ਨੇ ਸਹੁੰ ਖਾਧੀ ਹੋਈ ਸੀ ਕਿ ਉਹ ਹਿੰਦੁਸਤਾਨ ਦੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਦਮ ਲਵੇਗਾ। ਜਦੋਂ ਗੁਰੂ ਤੇਗ ਬਹਾਦਰ ਜੀ ਗੁਰੂ ਸੀ, ਉਸ ਸਮੇਂ ਔਰੰਗਜ਼ੇਬ ਦਾ ਕੀ ਸੀ? ਰਾਜ ਸੀ। ਅਤੇ ਉਹ ਕੀ ਸੀ? ਬਹੁਤ ਹੀ ਜ਼ਾਲਮ ਜੋ ਸੀ ਬਾਦਸ਼ਾਹ ਸੀ। ਉਹ ਸਾਰੇ ਹਿੰਦੂਆਂ ਨੂੰ ਧੱਕੇ ਨਾਲ ਹੀ ਮੁਸਲਮਾਨ ਬਣਾਉਣ 'ਤੇ ਲੱਗਿਆ ਹੋਇਆ ਸੀ। ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਆਪ ਨੇ ਕਿਹਾ ਸੀ, ਕਿਸੇ ਮਹਾਂਪੁਰਖ ਦੀ ਕੁਰਬਾਨੀ ਹੀ ਔਰੰਗਜ਼ੇਬ ਦੇ ਜ਼ੁਲਮ ਨੂੰ ਨੱਥ ਪਾ ਸਕਦੀ ਹੈ। ਨੱਥ ਪਾਉਣਾ ਮਤਲਬ ਕਾਬੂ ਕਰ ਲੈਣਾ। ਉਸ ਵੇਲੇ ਬਾਲ ਗੋਬਿੰਦ ਰਾਏ 9 ਸਾਲਾਂ ਦੇ ਸੀ। ਬਾਲ ਗੋਬਿੰਦ ਰਾਏ ਕੌਣ ਨੇ? ਜੋ ਕਿ ਸਿੱਖਾਂ ਦੇ 10ਵੇਂ ਗੁਰੂ ਨੇ ਔਰ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਨੇ, ਠੀਕ ਹੈ। ਉਹਨਾਂ ਦਾ ਬਚਪਨ ਦਾ ਨਾਮ ਸੀ ਗੋਬਿੰਦ ਰਾਏ। ਅਸੀਂ ਪੜ੍ਹਿਆ ਵੀ ਹੈ, ਸਾਡਾ 4th ਲੈਸਨ ਜੋ ਹੈ ਗੋਬਿੰਦ ਰਾਏ। ਤਾਂ ਉਹ 9 ਸਾਲ ਦੇ ਸੀ। ਉਹਨਾਂ ਨੇ ਕਿਹਾ ਸੀ, ਪਿਤਾ ਜੀ, ਇਸ ਵੇਲੇ ਆਪ ਨਾਲੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ। ਆਪ ਆਪਣੇ ਸਪੁੱਤਰ ਦੇ ਮੂੰਹੋਂ ਦਲੇਰੀ ਭਰੇ ਸ਼ਬਦ ਸੁਣ ਕੇ 5 ਸਿੱਖਾਂ ਨੂੰ ਨਾਲ ਲੈ ਕੇ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਨੂੰ ਤੁਰ ਪਏ। ਜ਼ਾਲਮਾਂ ਨੇ ਜ਼ਰਾ ਵੀ ਨਾ ਸੋਚਿਆ, ਆਪ ਦਾ ਸਿਰ ਸਰੀਰ ਨਾਲੋਂ ਅਲੱਗ ਕਰ ਦਿੱਤਾ। ਆਪ ਦੇ ਨਾਲ ਗਏ 5 ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕਰ। ਤਸੀਹੇ ਮਤਲਬ ਬਹੁਤ ਦੁੱਖ ਦਿੱਤੇ ਉਹਨਾਂ ਨੂੰ। ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਸੀ, ਜੋ ਸਿੱਖਾਂ ਦੇ 6ਵੇਂ ਗੁਰੂ ਨੇ। ਗੁਰੂ ਅਰਜਨ ਦੇਵ ਜੀ ਆਪ ਦੇ ਦਾਦਾ ਸੀ। ਆਪ ਦੀ ਇੱਕ ਭੈਣ ਅਤੇ 4 ਭਰਾ ਸਨ। ਜਦੋਂ ਆਪ ਥੋੜ੍ਹੇ ਵੱਡੇ ਹੋਏ ਤਾਂ ਆਪ ਦੀ ਸਿੱਖਿਆ ਦਾ ਪ੍ਰਬੰਧ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਪਾਸ ਕਰ ਦਿੱਤਾ ਗਿਆ। ਆਪ ਨੇ ਕਿਤਾਬੀ ਸਿੱਖਿਆ ਦੇ ਨਾਲ ਨਾਲ ਗੱਤਕਾ ਕੀ ਹੁੰਦਾ ਹੈ? ਉਹ ਤੁਸੀਂ ਦੇਖਦੇ ਹੋ, ਜਿਸ ਦਿਨ ਨਗਰ ਕੀਰਤਨ ਨਿਕਲਦਾ ਹੈ, ਗੱਤਕਾ ਖੇਡਦੇ ਆ ਨਾ ਕੁਛ ਸਿੱਖ ਲੋਕ, ਉਹਨੂੰ ਗੱਤਕਾ ਕਹਿੰਦੇ ਹੈ। ਘੋੜਸਵਾਰੀ, ਤਲਵਾਰਬਾਜੀ ਸਿੱਖ ਲਈ। ਆਪ ਦਾ ਬਚਪਨ ਦਾ ਨਾਮ ਤਿਆਗਮਲ ਸੀ। ਇਹ ਧਿਆਨ ਰੱਖਣਾ, ਅੰਡਰਲਾਈਨ ਕਰ ਲੈਣਾ ਕੁਝ ਇੰਪੋਰਟੈਂਟ, ਜਿਵੇਂ ਕਿ ਜਨਮ ਹੋ ਗਿਆ, ਉਹਨਾਂ ਨੂੰ ਹਿੰਦੀ ਚਾਦਰ ਕਿਉਂ ਕਿਹਾ ਜਾਂਦਾ ਹੈ ਔਰ ਯਾਦ ਵਿੱਚ ਕਿਹੜਾ ਗੁਰਦੁਆਰਾ ਬਣਿਆ ਹੋਇਆ। ਇਹਨਾਂ ਵਰਡਸ ਨੂੰ ਅਸੀਂ ਅੰਡਰਲਾਈਨ ਕਰ ਲੈਣਾ। ਔਰ ਇਹਨਾਂ ਦਾ ਬਚਪਨ ਦਾ ਨਾਮ ਕੀ ਸੀ? ਤਿਆਗਮਲ। ਇੱਕ ਵਾਰ ਆਪ ਨੇ ਤਲਵਾਰ ਦੇ ਉਹ ਜ਼ੋਹਰ ਵਿਖਾਏ ਕਿ ਪਿਤਾ ਨੇ ਆਪ ਦਾ ਨਾਮ ਜੋ ਹੈ ਬਦਲ ਕੇ ਕੀ ਰੱਖ ਦਿੱਤਾ? ਤਿਆਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ। ਹੁਣ ਤੁਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਨਾਮ ਤੇਗ ਬਹਾਦਰ ਕਿਵੇਂ ਰੱਖਿਆ ਗਿਆ? ਕਿਵੇਂ ਰੱਖਿਆ ਗਿਆ? ਕਿਉਂਕਿ ਇਹਨਾਂ ਨੇ ਤਲਵਾਰਬਾਜੀ ਦੇ ਵਿੱਚ ਇਹੋ ਜਿਹੇ ਜੋਹਰ ਦਿਖਾਏ ਸੀ, ਕੌਤਕ ਦਿਖਾਏ ਸੀ ਕਿ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਦਾ ਨਾਮ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਸੀ। ਤੇਗ ਕੀ ਹੁੰਦੀ ਹੈ? ਤਲਵਾਰ, ਔਰ ਬਹਾਦਰ ਬਹਾਦਰੀ ਨਾਲ ਚਲਾਉਣਾ। ਤਾਂ ਇਸ ਕਰਕੇ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਦਾ ਨਾਮ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ। ਉਂਝ ਆਪ ਬੜੇ ਦਿਆਲੂ ਅਤੇ ਕੋਮਲ ਸੁਭਾਅ ਦੇ ਸੀ। ਆਪ ਦਾ ਵਿਆਹ ਮਾਤਾ ਗੁਜਰੀ ਨਾਲ ਹੋਇਆ, ਜਿਨ੍ਹਾਂ ਦੀ ਕੁੱਖੋਂ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਇੱਕ ਅਨਮੋਲ ਰਤਨ ਨੇ ਜਨਮ ਲਿਆ, ਜੋ ਸਿੱਖਾਂ ਦੇ 10ਵੇਂ ਗੁਰੂ ਸਦਾਏ। ਜਦੋਂ 8ਵੇਂ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾਏ ਤਾਂ ਉਹ ਬੁਖਾਰ ਦੀ ਬੇਹੋਸ਼ੀ ਵਿੱਚ ਇੰਨੇ ਸ਼ਬਦ ਕਹਿ ਗਏ ਕਿ ਬਾਬਾ ਬਕਾਲੇ। 8ਵੇਂ ਗੁਰੂ ਜਦੋਂ ਮਤਲਬ ਚਲਾਣਾ ਕਰ ਗਏ ਤਾਂ 9ਵੇਂ ਗੁਰੂ ਦੀ ਭਾਲ ਕਰਨੀ ਸੀ ਨਾ ਉਹਨਾਂ ਨੇ ਕਿਸੇ ਨੂੰ ਗੱਦੀ 'ਤੇ ਬਿਠਾਉਣ ਲਈ, ਤਾਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਉਹਨਾਂ ਨੇ 2 ਵਰਡ ਕਹੇ, ਬਾਬਾ ਬਕਾਲੇ। ਸੰਗਤਾਂ ਆਪਣੇ 9ਵੇਂ ਗੁਰੂ ਦੀ ਤਲਾਸ਼ ਵਿੱਚ ਬਕਾਲੇ ਪਿੰਡ ਵਿਖੇ ਪੁੱਜ ਗਈਆਂ। ਬਕਾਲਾ ਪਿੰਡ ਦਾ ਨਾਮ ਹੈ। ਸੰਗਤਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਕਈ ਭੇਖੀ ਗੁਰੂ ਪੈਦਾ ਹੋ ਗਏ। ਭੇਖੀ ਮਤਲਬ
ਭੇਸੀ ਜਿਹੜੇ ਨਕਲੀ ਦੇ ਭੇਸ ਬਣਾ ਕੇ ਬੈਠੇ ਹੁੰਦੇ ਆ, ਉੱਥੇ ਆਪਣੇ ਗੁਰੂ ਹੋਣ ਦਾ ਦਾਅਵਾ ਕਰਨ ਲਈ 22 ਮੰਜੀਆਂ ਲੱਗ ਗਈਆਂ। ਹਰੇਕ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਉਹੀ ਅਸਲੀ ਗੁਰੂ ਹੈ, ਪਰੰਤੂ ਅਸਲੀ ਗੁਰੂ ਦਾ ਕਿਸੇ ਨੂੰ ਕੁਝ ਪਤਾ ਨਹੀਂ ਸੀ। ਬਾਬਾ ਬਕਾਲਾ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ 8ਵੇਂ ਗੁਰੂ ਕਹਿ ਕੇ ਗਏ ਨੇ, ਤਾਂ ਕਈ ਭੇਸੀ ਗੁਰੂ ਪੈਦਾ ਹੋ ਗਏ ਵੀ ਮੈਂ ਹੀ ਗੁਰੂ ਹਾਂ। 22 ਮੰਜੀਆਂ ਲੱਗ ਗਈਆਂ, ਮਤਲਬ 22 ਲੋਕ ਜੋ ਸੀ ਉਹ ਆਪਣੇ ਆਪ ਨੂੰ ਇੰਝ ਕਹਿ ਰਹੇ ਸੀ ਵੀ ਮੈਂ ਹੀ ਅਸਲੀ ਗੁਰੂ ਹਾਂ। ਲੋਕ 605 ਵਿੱਚ ਗੁਰੂ ਦੀ ਤਲਾਸ਼ ਵਿੱਚ ਭਟਕ ਰਹੇ ਸਨ। 605 ਮਤਲਬ ਭੁਲੇਖੇ ਵਿੱਚ ਭਟਕੀ ਜਾ ਰਹੇ ਸੀ ਵੀ ਕਿਹੜਾ ਹੋ ਸਕਦਾ ਨੌਵਾਂ ਗੁਰੂ। ਮੱਖਣ ਸ਼ਾਹ ਲੁਬਾਣਾ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ। ਉਹ ਇੱਕ ਵਪਾਰੀ ਸੀ। ਇੱਕ ਵਾਰ ਉਸਦਾ ਸਮਾਨ ਨਾਲ ਭਰਿਆ ਬੇੜਾ ਤੂਫਾਨ ਦੀ ਲਪੇਟ ਵਿੱਚ ਆ ਕੇ ਡੋਲਣ ਲੱਗਾ। ਉਸਨੇ ਉਸ ਵੇਲੇ ਸੁਖਣਾ ਸੁਖੀ, ਹੇ ਪਾਤਸ਼ਾਹ, ਜੇ ਮੇਰਾ ਬੇੜਾ ਕਿਨਾਰੇ ਲੱਗ ਜਾਵੇ ਤਾਂ ਮੈਂ 500 ਮੋਹਰਾਂ ਗੁਰੂ ਘਰ ਚੜਾਵਾਂਗਾ। ਇੱਕ ਵਪਾਰੀ ਸੀ ਜੋ ਮਤਲਬ ਗੁਰੂ ਘਰ ਨੂੰ ਬਹੁਤ ਮੰਨਦਾ ਸੀ, ਪੱਕਾ ਸ਼ਰਧਾਲੂ ਸੀ। ਉਸਦਾ ਬੇੜਾ ਤੂਫਾਨ 'ਚ ਫਸਿਆ ਸੀ ਔਰ ਉਹਨੇ ਕੀ ਸੁਖਣਾ ਸੁਖੀ, ਸੁਖਣਾ ਮਤਲਬ ਕੋਈ ਮੰਨਤ ਰੱਖਣਾ, ਠੀਕ ਹੈ, ਮੰਨਤ ਮੰਨ ਲੈਂਦੇ ਹਾਂ ਨਾ ਅਸੀਂ, ਸੁੱਖ ਲੈਂਦੇ ਹਾਂ। ਤਾਂ ਉਹਨੇ ਕਿਹਾ ਵੀ ਜੇ ਮੇਰਾ ਬੇੜਾ ਪਾਰ ਲੱਗ ਗਿਆ ਤਾਂ ਮੈਂ 500 ਮੋਹਰਾਂ ਜੋ ਨੇ ਉਹ ਗੁਰੂ ਘਰ ਦੇ ਵਿੱਚ ਚੜਾਵਾਂਗਾ। ਗੁਰੂ ਦੀ ਕਿਰਪਾ ਨਾਲ ਉਸਦਾ ਬੇੜਾ ਕਿਨਾਰੇ ਲੱਗ ਗਿਆ। ਉਹ ਆਪਣੀ ਸੁਖਣਾ ਲਾਹੁਣ ਲਈ ਬਕਾਲੇ ਪੁੱਜ ਗਿਆ। ਉਹਨੇ ਸੋਚਿਆ ਵੀ ਚੱਲ ਬਕਾਲੇ 'ਚ ਹੈ ਨੌਵਾਂ ਗੁਰੂ, ਵੀ ਲੱਭਣ ਗਏ ਆ ਸਾਰੇ, ਤਾਂ ਚਲੋ ਮੈਂ ਵੀ ਉੱਥੇ ਜਾ ਕੇ ਆਪਣੀ ਸੁਖਣਾ ਉਤਾਰ ਲਾਂ। ਉਸਨੇ ਉੱਥੇ ਗੁਰੂ ਹੋਣ ਦਾ ਦਾਅਵਾ ਕਰ ਰਹੇ ਗੁਰੂਆਂ ਦੀਆਂ 22 ਮੰਜੀਆਂ ਲੱਗੀਆਂ ਵੇਖੀਆਂ। ਉਹ ਆਪਣੇ ਗੁਰੂ ਦੀ ਤਲਾਸ਼ ਕਰਨ ਲਈ ਸਭ ਦੇ ਅੱਗੇ 5-5 ਮੋਹਰਾਂ ਰੱਖਦਾ ਗਿਆ। ਕਿਸੇ ਨੇ ਨਾ ਕਿਹਾ ਕਿ ਉਸਨੇ 500 ਮੋਹਰਾਂ ਸੁੱਖੀਆਂ ਹਨ ਤਾਂ ਇਹ 5 ਮੋਹਰਾਂ ਕਿਉਂ। ਆਖਿਰ ਜੋ ਗੁਰੂ ਹੈ ਅਸਲੀ, ਉਸਨੂੰ ਤਾਂ ਸਾਡੇ ਅੰਦਰ ਦੀ ਗੱਲ ਵੀ ਪਤਾ ਚੱਲ ਜਾਂਦੀ ਹੈ, ਦਿਲ ਦੀ ਗੱਲ। ਉਸਨੇ ਦਿਲ ਦੀ ਗੱਲ ਤਾਂ ਕਿਸੇ ਨੂੰ ਦੱਸੀ ਨਹੀਂ, ਕਿਉਂਕਿ ਅਸੀਂ ਸੁਖਣਾ ਆਪਣੇ ਮਨ ਦੇ ਅੰਦਰ ਸੁਖਦੇ ਹਾਂ। ਤਾਂ ਉਸਨੇ ਕੀ ਕੀਤਾ, ਸਭ ਦੇ ਅੱਗੇ 5-5 ਮੋਹਰਾਂ ਰੱਖੀਆਂ ਔਰ ਸੁਖੀਆਂ ਕਿੰਨੀਆਂ ਸੀ, 500 ਮੋਹਰਾਂ। ਆਖਿਰ ਉਹ ਇੱਕ ਭੋਰੇ ਵਿੱਚ ਤਪੱਸਿਆ ਕਰ ਰਹੇ ਮਹਾਂਪੁਰਸ਼ ਨੂੰ ਮਿਲਿਆ। ਭੋਰਾ ਕੀ ਹੁੰਦਾ ਹੈ, ਗੁਫਾ। ਉਸਨੇ ਉਹਨਾਂ ਅੱਗੇ ਵੀ 5 ਮੋਹਰਾਂ ਹੀ ਰੱਖੀਆਂ। ਜਦੋਂ ਉਹ ਮੁੜਨ ਲੱਗਾ ਤਾਂ ਉਹ ਮਹਾਂਪੁਰਸ਼ ਬੋਲ ਪਏ, ਮੱਖਣ ਸ਼ਾਹ, ਇਹ ਕੀ ਤੂੰ ਸੁਖੀਆਂ ਤਾਂ 500 ਮੋਹਰਾਂ ਸੀ ਤੇ ਫਿਰ ਇਹ 5 ਕਿਉਂ, ਮਤਲਬ 5 ਕਿਉਂ ਰੱਖੀਆਂ ਨੇ ਫਿਰ। ਮੱਖਣ ਸ਼ਾਹ ਉਸ ਮਹਾਂਪੁਰਸ਼ ਕੋਲੋਂ ਇੰਨੇ ਸ਼ਬਦ ਸੁਣ ਕੇ ਕੋਠੇ ਚੜ੍ਹ ਕੇ ਰੌਲਾ ਪਾਉਣ ਲੱਗਾ, ਗੁਰੂ ਲਾਧੋਰੇ, ਅਰਥਾਤ ਮੈਂ ਆਪਣੇ ਗੁਰੂ ਨੂੰ ਲੱਭ ਲਿਆ ਹੈ। ਕਿਉਂਕਿ ਜਿਸ ਨੇ ਮਨ ਦੀ ਗੱਲ ਜਾਣੀ, ਅਸਲੀ ਗੁਰੂ ਕੌਣ ਨੇ, ਉਹੀ ਨੇ। ਤਾਂ 5 ਮੋਹਰਾਂ ਜਦੋਂ ਉਹਨੇ ਰੱਖੀਆਂ ਤਾਂ ਉਹਨਾਂ ਨੇ ਕਹਿਤਾ ਵੀ ਤੂੰ ਸੁਖੀਆਂ ਤਾਂ 500 ਮੋਹਰਾਂ ਸੀ। ਬਸ ਸੰਗਤਾਂ ਦੇ ਭਰਮ ਭੁਲੇਖੇ ਦੂਰ ਹੋ ਗਏ। ਸੰਗਤਾਂ ਆ ਕੇ ਆਪਣੇ ਗੁਰੂ ਦੇ ਚਰਨੀ ਢਹਿ ਪਈਆਂ। ਉਸ ਦਿਨ ਤੋਂ ਆਪ ਸਿੱਖਾਂ ਦੇ 9ਵੇਂ ਗੁਰੂ ਦੇ ਰੂਪ ਵਿੱਚ ਗੁਰੂ ਗੱਦੀ 'ਤੇ ਵਿਰਾਜਮਾਨ ਹੋਏ। ਮਤਲਬ ਇਸ ਤਰੀਕੇ ਨਾਲ 9ਵੇਂ ਗੁਰੂ ਨੂੰ ਲੱਭਿਆ ਗਿਆ। ਭੇਖੀ ਗੁਰੂਆਂ ਨੇ ਆਪ ਦਾ ਸਭ ਕੁਝ, ਨਗਦੀ, ਗਹਿਣੇ ਆਦਿ ਲੁੱਟ ਲਿਆ। ਸੰਗਤਾਂ ਉਹਨਾਂ ਨਾਲ ਮੁਕਾਬਲਾ ਕਰਨ ਲਈ ਅੱਗੇ ਵਧੀਆਂ, ਪਰ ਉਹਨਾਂ ਨੇ ਉਹਨਾਂ ਨੂੰ ਸ਼ਾਂਤ ਰਹਿਣ ਲਈ ਕਿਹਾ। ਇਸ ਤੋਂ ਪਿੱਛੋਂ ਆਪ ਧਰਮ ਪ੍ਰਚਾਰ ਲਈ ਦੂਰ ਦੂਰ ਤੱਕ ਜਾਣ ਲੱਗੇ। ਜਦੋਂ 1666 ਈਸਵੀ ਵਿੱਚ ਬਾਲ ਗੋਬਿੰਦ ਰਾਏ ਦਾ ਪਟਨੇ ਵਿਖੇ ਜਨਮ ਹੋਇਆ, ਉਸ ਵੇਲੇ ਵੀ ਆਪ ਧਰਮ ਪ੍ਰਚਾਰ ਲਈ ਹੀ ਗਏ ਹੋਏ ਸਨ। 1672 ਈਸਵੀ ਵਿੱਚ ਆਪ ਬਾਲ ਗੋਬਿੰਦ ਰਾਏ ਨੂੰ ਲੈ ਕੇ ਪੰਜਾਬ ਪਰਤ ਆਏ। ਆਪ ਨੇ ਕੀਰਤਪੁਰ ਸਾਹਿਬ ਦੇ ਨੇੜੇ ਇੱਕ ਚੱਕ ਨਾਨਕੀ ਨਾਂ ਦਾ ਸ਼ਹਿਰ ਵਸਾਇਆ। ਕਿਹੜਾ ਸ਼ਹਿਰ ਵਸਾਇਆ, ਚੱਕ ਨਾਨਕੀ। ਚੱਕ ਨਾਨਕੀ ਸ਼ਹਿਰ ਵਸਾਇਆ, ਜੋ ਬਾਅਦ ਵਿੱਚ ਕਿਸ ਨਾਮ ਨਾਲ ਪ੍ਰਸਿੱਧ ਹੋਇਆ, ਅਨੰਦਪੁਰ ਸਾਹਿਬ ਦੇ ਨਾਮ ਨਾਲ। ਅਨੰਦਪੁਰ ਸਾਹਿਬ ਦੀ ਇਸ ਧਰਤੀ ਨੂੰ ਖਾਲਸੇ ਦੀ ਜਨਮ ਭੂਮੀ ਵੀ ਕਿਹਾ ਜਾਂਦਾ ਹੈ, ਜਿੱਥੇ 1999 ਵਿੱਚ ਪੰਜਾਬ ਸਰਕਾਰ ਨੇ ਖਾਲਸੇ ਦਾ 300 ਸਾਲਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ। ਆਪ ਦੀ ਵੱਧਦੀ ਹੋਈ ਪ੍ਰਸਿੱਧੀ ਸਮੇਂ ਦੀ ਮੁਗਲ ਸਰਕਾਰ ਨੂੰ ਮਨਜ਼ੂਰ ਨਹੀਂ ਸੀ। ਜਦੋਂ ਆਪ ਔਰੰਗਜ਼ੇਬ ਦੇ ਸਾਹਮਣੇ ਪੇਸ਼ ਹੋਏ ਤਾਂ ਆਪ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ। ਆਪ ਦੇ ਇਨਕਾਰ ਕਰਨ ਤੇ ਆਪ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸੀਸਗੰਜ ਨਾਂ ਦਾ ਗੁਰਦੁਆਰਾ ਅੱਜ ਵੀ ਆਪ ਦੀ ਕੁਰਬਾਨੀ ਦੀ ਦਾਸਤਾਂ ਸੁਣਾ ਰਿਹਾ ਹੈ। ਆਪ ਦੀ ਰਚੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹ ਔਖੇ ਸ਼ਬਦਾਂ ਦੇ ਅਰਥ ਪੜ੍ਹ ਲੈਣਾ ਔਰ ਲੈਸਨ ਨੂੰ ਇੱਕ ਵਾਰੀ ਪੜ੍ਹ ਲੈਣਾ। ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬੁੱਕ ਪਾਰਟ ਕਰਾ ਰਹੀ ਹਾਂ, ਉਸ ਨੂੰ ਵੀ ਤੁਸੀਂ ਕਰਨਾ ਹੈ। ਧੰਨਵਾਦ।